ਮਾਈ ਭਾਈ ਵਜ਼ੀਰ ਮਾਈ ਭਾਈ ਵੀਰ ਬਜ਼ੁਰਗ ਇਹ ਸਾਲਾਨਾ ਸਮਾਗਮ ਸਮੂਹ ਕਲਿਆਣਪੁਰ ਦੀ ਸੰਗਤ ਪ੍ਰਬੰਧਕ ਜਨ ਰਲ ਮਿਲ ਕੇ ਸਤਿਗੁਰੂ ਜੀ ਦੀ ਕਿਰਪਾ ਨਾਲ ਚੱਲਦਾ ਹੈ। ਅੱਜ ਵੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਨਖਣ ਵਾਸੀਆਂ ਨੂੰ ਜਿਹਦੇ ਵਿੱਚ ਸਾਰਿਆਂ ਦਾ ਹੀ ਨਾਮ ਬੋਲਦਾ ਹੈ। ਨਗਰ ਨਿਵਾਸੀ ਜਦੋਂ ਆ ਜਾਂਦਾ ਹੈ, ਅੱਜ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਤੁਹਾਨੂੰ ਇਹ ਕਿਰਪਾ ਬਖਸ਼ਿਸ਼ ਕੀਤੀ ਹੈ, ਇਹ ਰਹਿਮਤ ਬਖਸ਼ਿਸ਼ ਕੀਤੀ ਹੈ ਕਿ ਸਤ ਸੰਗਤ ਦਾ ਸਮਾਂ, ਕਥਾ ਕੀਰਤਨ, ਗੁਰਬਾਣੀ, ਗੁਰਮੁਖ ਵਿਚਾਰਾਂ ਦਾ ਸਮਾਂ ਗੁਰੂ ਜੀ ਨੇ ਬਖਸ਼ਿਸ਼ ਕੀਤਾ। ਪਹਿਲਾਂ ਰਾਜਪੁਰੇ ਤੋਂ ਗੁਰੂ ਕੇ ਵਜ਼ੀਰਾਂ ਨੇ ਸ਼ਬਦ ਕੀਰਤਨ ਰਾਗਾਂ ਦੇ ਵਿੱਚ ਆਪ ਜੀ ਨੂੰ ਵਰਤਾਇਆ ਹੈ। ਥੋੜਾ ਜਿਹਾ ਸਮਾਂ ਹੋਰ ਸਤ ਸੰਗਤ ਦਾ ਹੈ। ਬੜੀ ਮੁਸ਼ਕਲ ਦੇ ਨਾਲ, ਬੜੀ ਹੀ ਕਿਸਮਤ ਦੇ ਨਾਲ ਇਹ ਸਮਾਂ ਸਾਡੀ ਤੁਹਾਡੀ ਝੋਲੀ 'ਚ ਪੈਂਦਾ ਹੈ। ਜਿਹਨੂੰ ਮਾਮ ਨਾ ਸਮਝਣਾ ਵੀ ਕੀਰਤਨ ਹੈ ਜੀ, ਆਹੋ ਜੀ ਕੀਰਤਨ ਤਾਂ ਹੁੰਦਾ ਹੀ ਰਹਿੰਦਾ ਜੀ, ਫਲਾਣੇ ਬਾਬਿਆਂ ਦਾ ਜੀ ਆਹੋ ਜੀ ਉਹ ਤਾਂ ਹੁੰਦੇ ਹੀ ਰਹਿੰਦੇ ਨੇ, ਆਮ ਨਾ ਬਣਾਓ। ਇਹ ਖਾਸ ਤੋਂ ਵੀ ਖਾਸ ਸਮਾਂ ਹੈ। ਗੁਰੂ ਕਰਕੇ, ਸ਼ਬਦ ਕਰਕੇ, ਬਾਣੀ ਕਰਕੇ ਤੇ ਇਸ ਤੁਹਾਡੇ ਸਮਾਗਮ ਨੂੰ ਚਾਰ ਚੰਨ ਲਾਏ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ। ਇਹ ਹੋਰ ਇਤਿਹਾਸਕ ਦਿਨ ਨਾਲ ਜੁੜਿਆ ਹੈ। ਜਿਸ ਦਿਨ ਨੂੰ, ਅੱਜ ਦੇ ਦਿਨ ਨੂੰ ਲੋਕੀ, ਸੰਗਤਾਂ, ਪ੍ਰੇਮੀ, ਪਿਆਰੇ ਬਹੁਤ ਹੀ ਖਰਚਾ ਕਰ ਕਰਕੇ, ਲੱਖਾਂ ਦਾ ਖਰਚਾ ਕਰ ਕਰਕੇ ਸਮਾਗਮ ਕਰਾ ਰਹੇ ਨੇ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ। ਬਹੁਤ ਵੱਡਾ ਦਿਹਾੜਾ ਮੌਜੂਦਾ ਹਾਜ਼ਰ ਨਾਜ਼ਰ ਗੁਰੂ ਹਾਜ਼ਰ ਮੈਨੇ ਹੁੰਦਾ, ਜਿਹੜਾ ਪ੍ਰਤੱਖ ਸਾਡੇ ਤੁਹਾਡੇ ਸਾਹਮਣੇ ਨਾਜ਼ਰ, ਜਿਹੜਾ ਨਜ਼ਰੀ ਆ ਰਿਹਾ, ਹਾਜ਼ਰ ਤੇ ਨਾਜ਼ਰ ਮੌਜੂਦਾ। ਭਾਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਵੀ ਪੂਜਣ ਯੋਗ, 10 ਪਾਤਸ਼ਾਹੀਆਂ ਪੂਜਣ ਯੋਗ, ਪਰ 10 ਪਾਤਸ਼ਾਹੀਆਂ ਵੀ ਸਾਡੇ ਸਾਹਮਣੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਹੀ ਬੈਠੀਆਂ ਨੇ। ਬੜਾ ਅਹਿਮ ਦਿਹਾੜਾ ਹੈ, ਵੱਡਾ ਦਿਹਾੜਾ ਹੈ। ਜਦ ਕਿ ਪਿੰਡ ਵਾਲਿਆਂ ਨੇ, ਨਗਰ ਵਾਲਿਆਂ ਨੇ ਜਾਂ ਤਰੀਕ ਲੈਣ ਵਾਲਿਆਂ ਨੇ ਦੇ ਧਿਆਨ 'ਚ ਨਹੀਂ ਆਈ ਗੱਲ, ਮੇਰੇ ਵੀ ਧਿਆਨ 'ਚ ਨਹੀਂ ਸੀ। ਜਦੋਂ ਅੱਜ ਅੰਮ੍ਰਿਤ ਵੇਲੇ ਅਰਦਾਸ ਸ੍ਰੀ ਦਰਬਾਰ ਸਾਹਿਬ ਦੀ ਮੈਂ ਸੁਣੀ, ਕਿਉਂਕਿ ਰੁਝੇਵਾਂ ਦੀਵਾਨਾ ਕਰਕੇ, ਸਕੂਲਾਂ ਹਸਪਤਾਲਾਂ ਕਰਕੇ ਵੀ ਤੇ ਸਾਧ ਹੋਰ ਰੁਝੇਵਿਆਂ ਕਰਕੇ ਵੀ ਬਹੁਤ ਜ਼ਿਆਦਾ ਨੱਠ ਭੱਜ ਦਰਬਾਰ ਸਾਹਿਬ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ, ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਜ਼ਰੂਰ ਕਰੀਦੇ। ਤੁਸੀਂ ਵੀ ਕਰਦੇ ਹੋ ਘਰਾਂ 'ਚ ਬੈਠੇ, ਟੀਵੀ ਦੇ ਉੱਤੇ। ਤੋ ਅੱਜ ਜਦੋਂ ਦਰਸ਼ਨ ਕਰਦੇ, ਅਰਦਾਸ ਸੁਣੀ ਤੇ ਮੈਂ ਤਾਂ ਹੈਰਾਨ ਹੋਇਆ ਬਈ ਕਲਿਆਣਪੁਰ ਵਾਲਿਆਂ ਨੇ ਤੇ ਆਮ ਹੀ ਸਮਾਗਮ ਰੱਖਿਆ ਸੀ, ਪਰ ਗੁਰੂ ਨੇ ਇਹਨੂੰ ਖਾਸ ਤੋਂ ਵੀ ਖਾਸ ਬਣਾ ਦਿੱਤਾ। ਇੱਕ ਖਾਸ ਕਿਹਾ ਨਾ, ਇੱਕ ਖਾਸ ਤੋਂ ਵੀ ਖਾਸ। ਕਿ ਮਹਾਰਾਜ ਕਿੰਨੇ ਦਿਆਲੂ ਹੈ, ਕਿਰਪਾਲੂ ਹੈ, ਮਿਹਰਬਾਨ ਹੈ। ਜਿਹੜੇ ਸਮਾਗਮ ਨੂੰ ਅੱਜ ਸ਼੍ਰੋਮਣੀ ਕਮੇਟੀ ਵੀ, ਹੋਰ ਸੰਸਥਾਵਾਂ ਵੀ, ਜਥੇਬੰਦੀਆਂ ਵੀ ਬਹੁਤ ਵੱਡੇ ਪੱਧਰ ਦੇ ਖਰਚੇ ਕਰ ਕਰਕੇ ਕਰਦੀਆਂ ਪਈਆਂ। ਤੋ ਸਾਧ ਸੰਗਤ ਰਾਤ ਦੀ ਹਾਜ਼ਰੀ ਵੀ ਗੁਰਦਾਸਪੁਰ ਹੈ, ਕੀਰਤਨ ਦੀਵਾਨ ਹੈ ਜਿਹਦਾ। ਤੋ ਇਸ ਤਰ੍ਹਾਂ ਕਰਕੇ ਉਹ ਵੀ ਸਹਿ ਸਭਾਈ ਤਰੀਕ ਰੱਖੀ ਹੈ। ਇੱਕ ਹੁੰਦਾ ਪਹਿਲੇ ਤੋਂ ਟੀਚਾ ਜੀ ਇੰਨੀ ਤਰੀਕ ਦਾ ਆਹ ਗੁਰਪੁਰਬ ਹੈ ਜੀ, ਸਾਨੂੰ ਇਹ ਦੀਵਾਨ ਦੇ ਦਿਓ। ਪਤਾ ਲੱਗਦਾ ਕਿ ਇਹਨਾਂ ਦਾ ਪਹਿਲਾਂ ਹੀ ਧਿਆਨ ਗੁਰਪੁਰਬ ਦੇ ਵਿੱਚ ਆਇਆ ਤੇ ਗੁਰਪੁਰਬ ਨਾਲ ਪਿਆਰ ਹੈ, ਉਸ ਦਿਨ ਨਾਲ ਪਿਆਰ ਹੈ। ਇਹ ਤਾਂ ਐਸੇ ਹੀ ਤਰੀਕ ਰੱਖੀ ਗੁਰੂ ਨੇ, ਬਹੁਤ ਵੱਡੀ ਤਰੀਕ ਕਰ ਦਿੱਤੀ। ਛੋਟਾ ਜਿਹਾ ਸਮਾਗਮ ਇਤਿਹਾਸ ਨਾਲ ਜੋੜ ਕੇ ਬਹੁਤ ਵੱਡਾ ਸਮਾਗਮ ਗੁਰੂ ਜੀ ਨੇ
बना दिता। आखो सतनाम श्री वाहिगुरू। ਜਿਹਦੇ ਮੂਹਰੇ ਅਸੀਂ ਅੱਜ ਦੇ ਦਿਨ ਜਾ ਕੇ ਹੱਥ ਜੋੜਦੇ ਹਾਂ, ਜਿਹਦੇ ਮੂਹਰੇ ਅੱਜ ਜਾ ਕੇ ਝੋਲੀਆਂ ਅੱਡਦੇ ਹਾਂ, ਜਿਹਦੇ ਮੂਹਰੇ ਅੱਜ ਜਾ ਕੇ ਅਸੀਂ ਤਰਲਾ ਕਰਦੇ ਹਾਂ, ਜਿਹਦੇ ਮੂਹਰੇ ਅੱਜ ਮੌਜੂਦਾ ਸਮੇਂ ਸਾਡੇ ਵਿਸ਼ਵਾਸ ਦੇ ਵਿੱਚ ਜਿਹੜਾ ਅੱਜ ਗੁਰੂ ਬੈਠਾ ਹੈ, ਉਹਦਾ ਗੁਰਤਾ ਗੱਦੀ ਦਿਵਸ ਗੁਰੂ ਗ੍ਰੰਥ ਸਾਹਿਬ ਦਾ ਹੈ। ਤੇ ਜਿਹਦੇ ਮੂਹਰੇ ਜਾ ਕੇ ਦੁੱਖ ਤੇ ਸੁੱਖ ਲੈ ਕੇ ਬੈਠੀਦਾ, ਜਿਹਦੇ ਮੂਹਰੇ ਜਾ ਕੇ ਤਰਲੇ ਕਰੀਦੇ ਆ, ਧੀਆਂ ਪੁੱਤਰਾਂ ਦੀਆਂ ਅਰਦਾਸਾਂ ਕਰੀਦੀਆਂ ਕਰਾਈਦੀਆਂ, ਦੇਗਾਂ ਕਰਾਈਦੀਆਂ, ਜਿਹਨੂੰ ਅੱਜ ਅਸੀਂ ਰੁਮਾਲੇ ਚੜਾਉਂਦੇ ਹਾਂ, ਜਿਹਨੂੰ ਅੱਜ ਜਾ ਕੇ ਸਾਹਮਣੇ ਮੱਥਾ ਟੇਕਦੇ ਹਾਂ, ਜੋ ਉਸ ਗੁਰੂ ਦਾ ਗੁਰਪੁਰਬ ਹੈ, ਗੁਰਤਾ ਗੱਦੀ ਦਿਵਸ। ਇਹ ਹੋਇਆ ਕਦੋਂ ਸੀ, ਕਿਹੜੀ ਤਰੀਕ, ਕਿਹੜਾ ਸੰਨ ਈਸਵੀ 1708 ਦੇ ਵਿੱਚ। ਕਿੱਥੇ ਹੋਇਆ? ਸੱਚਖੰਡ ਸ੍ਰੀ ਹਜ਼ੂਰ ਸਾਹਿਬ। ਤਿੰਨ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ੇ ਤੇ ਸਭ ਤੋਂ ਵੱਡੀਆਂ ਨੇ। ਪਹਿਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਪਹਿਲੀ ਵਾਰ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ 1604 ਵਿੱਚ। ਦੂਜੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਦੂਜੀ ਵਾਰ ਰਚਨਾ ਰਚੀ, ਲਿਖਤ ਲਿਖੀ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ, ਤੇ ਲਿਖਣ ਵਾਲੇ ਸਨ ਭਾਈ ਸਾਹਿਬ ਭਾਈ ਮਨੀ ਸਿੰਘ। ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੇ ਹੋਇਆ 18-10-20 ਤੱਕ। ਸੱਸੇ ਤੋਂ ਬਾਣੀ ਸ਼ੁਰੂ ਹੁੰਦੀ ਹੈ, ਸਤਨਾਮ, ਇੱਕ ਓੰਕਾਰ ਸਤਨਾਮ, ਅੱਖਰੀ ਬਾਣੀ ਸੱਸੇ ਤੋਂ ਸ਼ੁਰੂ ਹੁੰਦੀ ਹੈ ਤੇ ਸੱਸੇ ਤੇ ਜਾ ਕੇ ਸਮਾਪਤੀ ਹੁੰਦੀ ਹੈ 18-10-20। ਤੀਜੀ ਘਟਨਾ ਹੈ ਬਹੁਤ ਵੱਡੀ, ਅੱਜ ਦੇ ਦਿਨ ਦੀ 1708 ਵਿੱਚ। ਅੱਜ ਦੇ ਦਿਨ ਇਸ ਸਾਲ ਦੀ ਤਰੀਕ ਮੁਤਾਬਕ, ਤਰੀਕ ਹਰ ਸਾਲ ਬਦਲ ਜਾਂਦੀ ਹੈ, ਇਸ ਸਾਲ ਦੀ ਤਰੀਕ ਮੁਤਾਬਕ ਕਿ ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਮਾਲਕ ਬਣਾਇਆ। ਫਿਰ ਬੜੀ ਵਿਚਾਰ ਦੀ ਗੱਲ ਹੈ। ਕੋਈ ਧਰਮ ਮਾੜਾ ਨਹੀਂ, ਆਪਣੀ ਆਪਣੀ ਜਗ੍ਹਾ ਸਾਰੇ ਚੰਗੇ। ਕੋਈ ਗ੍ਰੰਥ ਮਾੜਾ ਨਹੀਂ, ਆਪਣੀ ਆਪਣੀ ਜਗ੍ਹਾ ਸਾਰੇ ਚੰਗੇ ਆ। ਪਰ ਗੁਰਤਾ ਗੱਦੀ ਦਾ ਤਿਲਕ ਕਿਸੇ ਗ੍ਰੰਥ ਨੂੰ ਨਹੀਂ ਅੱਜ ਤੱਕ ਲੱਗਿਆ। ਆਖੋ ਸਤਨਾਮ श्री वाहिगुरू। ਗੁਰਤਾ ਗੱਦੀ ਕਿਸੇ ਵੀ ਗ੍ਰੰਥ ਨੂੰ ਨਹੀਂ ਮਿਲੀ ਅੱਜ ਤੱਕ। ਕਿੱਡੀ ਵੱਡੀ ਗੱਲ ਹੈ। ਫਿਰ ਮਰਿਆਦਾ ਨਹੀਂ ਕੋਈ ਚੇਂਜ ਹੋਈ। ਜਿਹੜੀ ਮਰਿਆਦਾ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ, ਉਸੇ ਹੀ ਮਰਿਆਦਾ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਸੱਤਵੀਂ ਅੱਠਵੀਂ ਨੌਵੀਂ 10ਵੀਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ। ਹੁਣ ਇੱਕ ਵਿਚਾਰ ਦੀ ਗੱਲ ਹੈ ਕਿ ਜਦੋਂ ਗੁਰਤਾ ਗੱਦੀ ਲੈਣੇ ਨੂੰ ਦੇਤੀ, ਅੰਗ ਲਾ ਕੇ ਅੰਗਤ ਬਣਾ ਲਿਆ, ਕਿਹੜੀ ਮਰਿਆਦਾ ਸੀ? 5 ਪੈਸੇ ਨਾਰੀਅਲ ਮੋਹਰੇ ਰੱਖਣਾ। ਅਜੇ ਤਾਂ ਨਾਰੀਅਲ ਤੋਂ ਵੀ ਬੜੀ ਨਫ਼ਰਤ ਹੁੰਦੀ ਜਾ ਰਹੀ ਹੈ। ਉਹਦੀ ਖੰਡ ਪਾੜ ਕੇ ਅਸੀਂ ਨਾਰੀਅਲ ਨਹੀਂ ਰੱਖਣਾ, ਇਹ ਤਾਂ ਬਾਹਮਣਾ ਦਾ ਹੁੰਦਾ ਜੀ। ਦੱਸੋ ਹੱਦ ਹੋ ਗਈ। ਜਿਵੇਂ ਅਮਰੂਦ ਇੱਕ ਫਲ ਹੈ, ਸੇਬ ਇੱਕ ਫਲ ਹੈ, ਜਿਵੇਂ ਸਾਧ ਸੰਗਤ ਜੀ ਬਾਕੀ ਦੇ ਫਲ ਹੈ, ਉਵੇਂ ਨਾਰੀਅਲ ਵੀ ਇੱਕ ਦਰਖਤ ਨੂੰ ਲੱਗਦਾ ਹੋਇਆ ਫਲ ਹੈ। ਤੋ ਸਾਧ ਸੰਗਤ ਜੀ ਬਾਹਮਣਾ ਦੇ ਕਿਤੇ ਗਿੱਟਿਆਂ ਨਾਲ ਲੱਗਿਆ ਹੋਇਆ ਵੀ ਜਿਹੜਾ ਬਾਹਮਣਾ ਦਾ ਹੋ ਗਿਆ। ਅੱਜ ਨਾਰੀਅਲ ਵੀ ਚੁੱਕ ਦਿੱਤਾ ਗਿਆ, ਅੱਜ ਕੁੰਭ ਵੀ ਹਟਾ ਦਿੱਤਾ ਗਿਆ, ਅੱਜ ਜੋਤ ਵੀ ਹਟਾ ਦਿੱਤੀ ਗਈ ਹੈ। ਭਈ ਅਸੀਂ ਉਹ ਸਾਰਾ ਕੁਝ ਜਾਣਦੇ ਹਾਂ। ਜਿਨ੍ਹਾਂ ਪਿੱਛੇ ਮਰਿਆਦਾਵਾਂ ਤੋਰੀਆਂ ਉਹ ਤਾਂ ਕੁਝ ਜਾਣਦੇ ਨਹੀਂ ਸੀ। ਉਹਨਾਂ ਸਭ ਨੂੰ ਅਣਜਾਣ ਬਣਾ ਦਿੱਤਾ ਗਿਆ ਅੱਜ ਦੇ ਸਮੇਂ। ਉਹਨਾਂ ਸਭ ਨੂੰ ਅਣਜਾਣ ਬਣਾ, ਆਪ ਜਾਣਕਾਰ ਹੋ ਗਏ। ਖੈਰ ਅੱਜ ਕੋਈ ਇਹੋ ਜਿਹੀ ਵਿਸ਼ੇਸ਼ ਚਰਚਾ ਨਹੀਂ ਹੈ। ਇਹਦੇ ਉੱਤੇ ਆਪਾਂ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਤੁਹਾਨੂੰ ਸਭ ਨੂੰ ਲੱਖ 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 ਵਧਾਈਆਂ ਹੋਣ। ਜਦੋਂ 5 ਪੈਸੇ ਨਾਰੀਅਲ ਅੱਗੇ ਰੱਖੀਆਂ ਗੁਰਤਾ ਗੱਦੀ ਤੇ ਤਖਤ ਭਾਵ ਆਪਣੀ ਗੱਦੀ ਤੇ ਬਿਠਾ ਕੇ ਭਾਈ ਲਹਿਣੇ ਨੂੰ, ਜਿਹੜਾ ਪਹਿਲਾ ਨਾਮ ਹੈ ਭਾਈ ਲਹਿਣਾ, ਬਿਠਾ ਕੇ ਬੈਠ ਪਈ ਇੱਥੇ ਵਸਤਰ ਸੋਹਣੇ ਪਵਾ ਕੇ ਬਿਠਾ ਕੇ। ਜਿਵੇਂ ਵਿਆਹ ਵੀ ਕਿਸੇ ਦਾ ਹੁੰਦਾ ਨਾ, ਫਿਰ ਪਹਿਲਾਂ ਮੁੰਡੇ ਨੂੰ ਕੁੜੀ ਨੂੰ ਬਿਠਾ ਕੇ ਬੈਠੋ ਜੀ, ਫਿਰ ਉਹਨੂੰ ਸ਼ਗਨ ਪੈਂਦਾ, ਫਿਰ ਉਹਨੂੰ ਤਿਲਕ ਲੱਗਦਾ, ਜਾਂ ਫਿਰ ਉਹਨੂੰ ਸਾਧ ਸੰਜੈ ਮਾਲਾ ਪੈਂਦੀ ਆਪਣੇ ਆਪਣੇ ਧਰਮਾਂ ਮੁਤਾਬਕ।
ਬੈਠ ਬਈ ਏਦਾਂ ਬੈਠ ਕੇ ਦਸਤਾਰਬੰਦੀ ਹੁੰਦੀ ਕਈ ਵਾਰ ਦੇਖੀਦਾ ਬੈਠ ਵੀ ਬੱਚੇ ਇੱਥੇ ਬੈਠ ਤੇ ਉੱਥੇ ਉਹਨੂੰ ਦਸਤਾਰ ਬੰਨੀ ਜਾਂਦੀ ਹੈ। ਲੈਣਿਆ ਬੈਠ ਬਈ ਬਿਠਾ ਲਿਆ। ਗੁਰੂ ਸਾਹਿਬ ਨੇ 5 ਪੈਸੇ ਨਾਰੀਅਲ ਲਿਆਂਦੇ ਤੇ ਅੱਗੇ ਰੱਖ ਕੇ ਪਹਿਲਾਂ ਮੱਥਾ ਆਪ ਟੇਕਿਆ। ਕਿੱਡੀ ਗਹਿਰੀ ਗੱਲ ਹੈ। ਭਗਵਾਨ ਰਾਮਚੰਦਰ ਦੀ ਪੂਜਣ ਯੋਗ ਹੈ, ਪਰ ਉਹਨਾਂ ਨੇ ਆਪਣੇ ਚੇਲੇ ਨੂੰ ਕਿਸੇ ਜਗ੍ਹਾ ਤੇ ਵੀ ਮੱਥਾ ਨਹੀਂ, ਆਪਣੇ ਬਰਾਬਰ ਨਹੀਂ, ਆਪਣੀ ਗੱਦੀ ਨਹੀਂ ਕਿਸੇ ਨੂੰ ਦਿੱਤੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕ੍ਰਿਸ਼ਨ ਭਗਵਾਨ ਦੀ ਪੂਜਣ ਯੋਗ ਹੈ। ਸਾਡੇ ਤੁਹਾਡੇ ਨਾਲ ਹਜ਼ਾਰਾਂ ਗੁਣਾ ਉੱਪਰ ਹੈ, ਯੁੱਗਾਂ ਦੇ ਮਾਲਕ ਹੈ, ਅਵਤਾਰ ਹੈ, ਪਰ ਆਪਣੇ ਵਰਗਾ ਕ੍ਰਿਸ਼ਨ ਭਗਵਾਨ ਕੋਈ ਹੋਰ ਨਹੀਂ ਬਣਾ ਸਕਦਾ, ਨਹੀਂ ਬਣਾਇਆ। ਆਪਣੀ ਗੱਦੀ ਨਹੀਂ ਕਿਸੇ ਨੂੰ ਦਿੱਤੀ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਹੜਾ ਗੁਰੂ ਸੀ ਉਹ ਗੁਰੂ ਤਾਂ ਰਿਹਾ ਪਰ ਚੇਲਾ ਨਹੀਂ ਬਣਿਆ। ਜਿਹੜਾ ਚੇਲਾ ਸੀ ਉਹ ਚੇਲਾ ਤਾਂ ਰਿਹਾ ਪਰ ਗੁਰੂ ਨਹੀਂ। ਬੋਲੋ ਗੁਰੂ ਨਹੀਂ ਬਣਿਆ। ਅੱਜ ਲੈਣਾ ਚੇਲਾ ਵੀ ਬਣਿਆ ਤੇ ਅੱਜ ਗੁਰੂ ਵੀ ਬਣਿਆ। ਗੁਰੂ ਵੀ ਬਣਿਆ। ਇਹ ਗੁਰੂ ਨਾਨਕ ਦੇ ਘਰ ਦੀ ਗੱਲ ਹੈ। ਪੜ੍ਹਦੇ ਅਸੀਂ ਜ਼ਿਆਦਾ ਬਾਜਾਂ ਵਾਲੇ ਨੂੰ ਹੀ ਆਪੇ ਗੁਰੂ ਚੇਲਾ ਜੀ, ਗੁਰੂ ਗੋਬਿੰਦ ਸਿੰਘ ਪਿਆਰਾ। ਪਰ ਉਹ ਜਿਹੜੀ ਮਰਿਆਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਤਾਂ ਪਹਿਲਾਂ ਗੁਰੂ ਨਾਨਕ ਤੋਂ ਹੀ ਚੱਲ ਪਈ ਹੈ। ਗੁਰੂ ਨਾਨਕ ਪਾਤਸ਼ਾਹ ਗੁਰੂ ਨੇ ਤੇ ਲੈਣਾ ਉਹਨਾਂ ਦਾ ਸੇਵਕ ਹੈ। ਜਦੋਂ ਪਰਿਕਰਮਾ ਕੀਤੀਆਂ ਤੇ ਅੱਜ ਗੁਰੂ ਵੀ ਝੁਕ ਗਿਆ, ਗੁਰੂ ਵੀ ਚੇਲਾ ਬਣ ਗਿਆ। ਗੁਰੂ ਨੇ ਨਮਸਕਾਰ ਕਰਤੀ, ਲੈਣੇ ਨੂੰ ਮੱਥਾ ਟੇਕਿਆ। ਨਹੀਂ ਸੀ ਇਹ ਮਰਿਆਦਾ ਪਹਿਲਾਂ ਮਾਤ ਲੋਕ ਵਿੱਚ, ਤੇ ਹੈ ਵੀ ਔਖਾ। ਘਰ ਵਿੱਚ ਇੱਕ ਛੋਟੇ ਜਿਹੇ ਰਿਸ਼ਤੇ ਵਿੱਚ ਵੀ ਜੋੜ ਲਓ ਨਾ ਤੇ ਪੁੱਤ ਪਿਓ ਨੂੰ ਮੱਥਾ ਤਾਂ ਟੇਕਦਾ ਹੈ, ਪਰ ਕਿਤੇ ਪਿਓ ਪੁੱਤ ਨੂੰ ਮੱਥਾ ਟੇਕੇਗਾ, ਦੇਖੋ ਭਲਾ ਹੋ ਸਕਦਾ ਮਨ ਨੀਵਾਂ ਇੰਨਾ। ਪਰ ਅੱਗੇ ਜਾ ਕੇ ਗੁਰਤਾ ਗੱਦੀ ਗੁਰੂਆਂ ਨੇ ਪੁੱਤਰਾਂ ਨੂੰ ਵੀ ਜੇ ਦਿੱਤੀ ਹੈ, ਜਵਾਈ ਨੂੰ ਵੀ ਦਿੱਤੀ ਗੁਰੂ ਅਮਰਦਾਸ ਜੀ ਨੇ, ਤੇ ਜਵਾਈ ਨੂੰ ਵੀ ਗੁਰਤਾ ਗੱਦੀ ਦੇ ਕੇ ਮੱਥਾ ਪਹਿਲਾਂ ਆਪ ਟੇਕਿਆ। ਪੁੱਤਰਾਂ ਨੂੰ ਵੀ ਗੁਰਤਾ ਗੱਦੀ ਦਿੱਤੀ ਹੈ। ਹਾਲੇ ਕਿ ਲੈਣਾ ਇੱਥੇ ਬੋਲਿਆ ਮਹਾਰਾਜ ਮੈਨੂੰ ਕਿਉਂ ਮੱਥਾ ਟੇਕਦੇ ਹੋ, ਕੀ ਗੱਲ ਹੈ? ਕਹਿਣ ਲੱਗੇ ਤੈਨੂੰ ਤਾਂ ਟੇਕਿਆ ਹੀ ਨਹੀਂ, ਤੈਨੂੰ ਨਹੀਂ ਮੱਥਾ ਟੇਕਿਆ। ਹਾਂ ਮਹਾਰਾਜ ਕੀ ਹੋ ਰਿਹਾ ਹੈ? ਕਹਿਣ ਲੱਗੇ ਜਿਹੜੀ ਮੈਨੂੰ ਜੋਤ ਮਿਲੀ ਸੀ ਅਕਾਲ ਪੁਰਖ ਦੀ, ਉਹ ਅੱਜ ਮੈਂ ਤੇਰੇ ਅੰਦਰ ਰੱਖ ਕੇ ਮੈਂ ਉਹਨੂੰ ਮੱਥਾ ਟੇਕਿਆ। ਹੁਣ ਜਰਾ ਸੋਚਿਓ ਵਿਚਾਰਿਓ। ਇਸ ਤਰ੍ਹਾਂ ਜੋਤ ਗੁਰੂ ਨਾਨਕ ਦੀ ਲਹਿਣੇ ਦੇ ਵਿੱਚ ਚਲ ਗਈ ਹੈ। ਬਾਬਾ ਬੁੱਢਾ ਸਾਹਿਬ ਜੀ ਤੁਸੀਂ ਆਓ, ਤੁਸੀਂ ਆਓ। ਹਾਂਜੀ ਹੁਕਮ ਦੀ ਆ ਤਿਲਕ ਜਿਹੜਾ ਕੇਸਰ ਦਾ ਤੁਸੀਂ ਲਾਓ, ਗੁਰਤਾ ਗੱਦੀ ਦਾ ਤਿਲਕ ਤੁਸੀਂ ਲਾਓ। ਹੁਣ ਮੈਂ ਬੇਨਤੀ ਕਰਾਂ ਤੁਸੀਂ ਅੱਜ ਦੇ ਦਿਨ 'ਚ ਤਿਲਕ ਲਾ ਕੇ ਦੇਖਿਓ ਕਿੱਦਾਂ ਤੁਹਾਡੀ ਭੰਡੀ ਹੁੰਦੀ। ਇਹ ਤਾਂ ਬਾਹਮਣ ਹੈ ਜੀ, ਇਹ ਤਾਂ ਤਿਲਕ ਲਾਉਂਦੇ ਆ ਜੀ, ਇਹਦਾ ਉਹ ਕਰਦੇ ਆ ਜੀ, ਇਹਦਾ ਉਹ ਕਰਦੇ ਆ। ਗੁਰਤਾ ਗੱਦੀ ਦਾ ਤਿਲਕ ਇੱਕ ਵਾਰ ਨਹੀਂ, ਲੈਣੇ ਨੂੰ ਲਾਇਆ ਬਾਬਾ ਬੁੱਢਾ ਸਾਹਿਬ ਨੇ, ਗੁਰੂ ਅਮਰਦਾਸ ਨੂੰ ਲਾਇਆ ਬਾਬਾ ਬੁੱਢਾ ਸਾਹਿਬ ਨੇ, ਗੁਰੂ ਰਾਮਦਾਸ ਨੂੰ ਲਾਇਆ ਬਾਬਾ। ਦਸੇ ਪਾਤਸ਼ਾਹੀਆਂ ਤੱਕ ਜਾਓ, ਕਿਤੇ ਵੀ ਨਹੀਂ ਆਉਂਦਾ ਕਿ ਤਿਲਕ ਨਹੀਂ ਲੱਗਿਆ। ਗੁਰਤਾ ਗੱਦੀ ਦਾ ਤਿਲਕ, ਮਰਿਆਦਾ ਦੇਖ ਲਓ। ਲੈਣੇ ਉਹ ਜੋਤ ਮੇਰੀ ਹੁਣ ਤੇਰੇ ਅੰਦਰ ਆ ਗਈ। ਡਾਕਟਰੀ ਵੱਲ ਚੱਲੀਏ 2 ਮਿੰਟ। ਡਾਕਟਰੀ ਅੱਜ ਦੀ ਬਹੁਤ ਤਰੱਕੀ ਕਰ ਗਈ ਆ। ਇੱਕ ਹੱਡੀ ਕੱਢ ਦਿੰਦੇ, ਦੂਜੇ ਦੀ ਹੱਡੀ ਉਹਦੇ ਚ ਪਾ ਦਿੰਦੇ, ਇੱਕ ਅੱਖ ਕੱਢ ਦਿੰਦੇ, ਦੂਜੇ ਦੀ ਅੱਖ ਪਾ ਦਿੰਦੇ ਨੇ, ਇੱਕ ਦੀਆਂ ਨਾੜੀਆਂ ਕੱਢ ਕੇ ਦੂਜੇ ਵਿੱਚ ਪਾ ਦਿੰਦੇ ਨੇ। ਹਾਰਟ ਤੱਕ ਗੱਲ ਚ ਆ ਰਹੀ ਹੈ, ਹਾਰਟ ਤੱਕ ਵੀ ਕੱਢ ਕੇ ਬਾਹਰ ਰੱਖ ਕੇ ਆਪਰੇਸ਼ਨ ਕਰ ਦਿੰਦੇ ਨੇ। ਪਰ ਮੈਂ ਬੇਨਤੀ ਕਰਾਂ ਇੱਥੇ ਡਾਕਟਰੀ ਨੂੰ ਪੁੱਛੋ ਵੀ ਕਿਸੇ ਦੀ ਰੂਹ, ਕਿਸੇ ਦੀ ਜੋਤ ਕੱਢ ਕੇ ਦੂਜੇ 'ਚ ਪਾ ਦਿਓਗੇ? ਇਹ ਮੇਰੇ ਗੁਰੂ ਨਾਨਕ ਦੀ ਕਮਾਈ ਹੈ। ਇਹ ਗੁਰੂ ਨਾਨਕ ਦੀ ਘਾਲਣਾ ਹੈ, ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਜਰਾ ਪੜ੍ਹਿਓ ਸਾਰੇ ਹੀ। 30 ਤਰੀਕ ਦੇ ਗੁਰਪੁਰਬ ਨੂੰ ਸਮਰਪਿਤ ਵੀ ਇਹ ਧਾਰਨਾ, ਸਾਰੇ ਬੋਲ ਕੇ ਵਡਿਆਈ ਵਿੱਚ ਜੁੜਿਓ। ਗੁਰੂ ਨਾਨਕ ਆਇਆ ਸਾਰੇ
ਕਲ ਕਾਰਨ ਗੁਰੂ ਨਾਨਕ ਪਾਇਆ ਕਲ ਮੈਨੇ ਹੁੰਦਾ ਕਲ ਯੁਗ ਦੇ ਉਧਾਰ ਵਾਸਤੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ। ਗੁਰੂ ਨਾਨਕ ਕੋਈ ਸਰੀਰ ਦਾ ਨਾਮ ਨਹੀਂ, ਗੁਰੂ ਨਾਨਕ ਕੋਈ ਦੇਹੀ ਦਾ ਨਾਮ ਨਹੀਂ ਕਿ ਆ ਦੋ ਹੱਥ ਹੈ ਜੀ, ਦੋ ਪੈਰ ਹੈ, ਦੋ ਅੱਖਾਂ ਦੀ, ਆ ਸਰੀਰ ਬਣਿਆ ਹੋਇਆ ਦੀ, ਇਹਦਾ ਨਾਮ ਗੁਰੂ ਨਾਨਕ ਹੈ। ਜੇ ਸਰੀਰ ਦਾ ਨਾਮ ਗੁਰੂ ਨਾਨਕ ਹੁੰਦਾ ਨਾ ਤੇ ਜਿੱਦਣ ਸਰੀਰ ਮਿਟਿਆ ਸੀ ਉਦੋਂ ਨਾਮ ਵੀ ਮਿਟ ਜਾਂਦਾ। ਜੋਤ ਦਾ ਨਾਮ ਹੈ, ਵਿਦਵਾਨਾਂ ਨੇ ਇਹਦੇ ਅਰਥ ਵੀ ਕੱਢੇ। ਨਾਨਕ ਭਾਵੇਂ ਪੰਡਿਤ ਹਰਦਿਆਲ ਜੀ ਨੇ ਸਹਿ ਸੁਭਾਅ ਰੱਖਿਆ, ਆਪਣੇ ਜੰਤਰ ਮੰਤਰ ਜੰਤਰੀ ਦੇ ਮੁਤਾਬਕ ਇੱਕ ਵਾਰ ਉਹਨਾਂ ਦਾ ਆਪਣੀ ਪੜ੍ਹਾਈ ਹੈ, ਕਿੰਤੂ ਪਰੰਤੂ ਦਾ ਜਿੰਨਾ ਮਰਜ਼ੀ ਕਰ ਲਓ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪਣੀ ਪੜ੍ਹਾਈ ਹੈ ਤਾਂ ਜੇ ਦੇਖਿਆ ਜਾਵੇ ਨਾ ਵੀ ਕਹਿ ਦਿੰਦੇ ਆ ਪੜ੍ਹਾਈ ਗਲਤ ਹੈ, ਇਹ ਜੰਤਰ ਮੰਤਰ ਤੰਤਰ ਜੋਤਿਸ਼ ਵਿਦਿਆ ਸਭ ਗਲਤ ਹੈ, ਗਲਤ ਨਹੀਂ, ਲੇਕਿਨ ਸਾਡੇ ਵਾਸਤੇ ਸਭ ਕੁਝ ਗੁਰੂ ਗ੍ਰੰਥ ਸਾਹਿਬ ਹੈ, ਗਲਤ ਨਹੀਂ ਹੈ। ਲੇਕਿਨ ਸਾਡੇ ਵਾਸਤੇ ਸਾਡੇ ਗੁਰੂ ਦਾ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਕਰਮ। ਗੁਰੂ ਮਾਨਿਓ ਕਰਮ। ਗਲਤ ਕਿੱਦਾਂ ਕਹਿ ਦਈਏ, ਦੂਜਿਆਂ ਨੂੰ ਗਲਤ ਕਿੱਦਾਂ ਕਹਿ ਸਕਦੇ? ਭਾਈ ਸਭ ਤੋਂ ਪਹਿਲਾਂ ਪੰਡਿਤ ਹਰਦਿਆਲ ਨੇ, ਅਜੇ ਗੁਰੂ ਨਾਨਕ ਸਾਹਿਬ ਦੀ ਉਮਰ 7-8 ਘੰਟੇ ਦੀ ਸੀ ਸਿਰਫ। ਤੜਕੇ 1 ਵਜੇ ਤੋਂ ਲੈ ਕੇ 10 ਵਜੇ ਤੱਕ ਲਾ ਲਓ, 9 ਵਜੇ ਤੱਕ ਲਾ ਲਓ, ਭਾਈ 7-8 ਘੰਟੇ ਦੀ ਸਿਰਫ ਉਮਰ ਹੈ। ਪਹਿਲੀ ਆਵਾਜ਼ ਪੰਡਿਤ ਹਰਦਿਆਲ ਦੀ ਹੈ ਕਿ ਇਹ ਆਮ ਬਾਲਕ ਨਹੀਂ ਹੈ, ਇਹ ਆਮ ਬੱਚਾ ਨਹੀਂ। ਪਿਤਾ ਜੀ ਦਾ ਸੁਭਾਅ ਸੀ, ਕਦੀ ਵੀ ਭੁੱਲ ਕੇ ਵੀ ਨਾ ਮਾੜਾ ਕਹੋ, ਲੈ ਪਿਤਾ ਕਾਲੂ ਇਹ ਕਰਦਾ ਰਿਹਾ, ਚਪੇੜਾ ਮਾਰਦਾ ਰਿਹਾ, ਉਹ ਕਰਦਾ ਰਿਹਾ। ਇਹ ਉਹਨਾਂ ਦਾ ਅਹੁਦਾ ਸੀ, ਉਹਨਾਂ ਦਾ ਮਾਣ ਸੀ, ਪਿਓ ਦਾ ਹੱਕ ਹੈ। ਭਾਵੇਂ ਅੱਜ ਬੱਚਿਆਂ ਨੇ ਆਪਣੇ ਪਿਓ ਦੇ ਮਾਂ ਦੇ ਹੱਕ ਖਤਮ ਕਰ ਦਿੱਤੇ, ਖਤਮ ਕਰਤੇ। ਬਸ ਮਾਂ-ਬਾਪ, ਇੱਥੇ ਮਾਂ-ਬਾਪ ਨੂੰ ਪੁੱਛ ਕੇ ਚੱਲਦੇ ਹੁੰਦੇ ਸੀ। ਮੈਂ ਆਪਣਾ ਬਚਪਨ ਹੰਢਾਇਆ, ਕਿੱਥੇ ਅੱਜ ਮਾਂ-ਬਾਪ ਬੱਚੇ ਨੂੰ ਪੁੱਛ ਕੇ ਚੱਲਦੇ। ਸਮਾਂ ਇੰਨਾ ਪਲਟ ਗਿਆ, ਪਰ ਇਹ ਨਾ ਜਾਣੋ ਕਿ ਚੰਗਾ ਹੋ ਗਿਆ, ਚੰਗਾ ਨਹੀਂ ਹੋਇਆ। ਮਾਂ-ਬਾਪ ਦੇ ਅਹੁਦੇ ਖਤਮ ਕਰਤੇ, ਮਾਂ-ਬਾਪ ਦੀ ਵਡਿਆਈ ਖਤਮ ਕਰ, ਮਾਂ-ਬਾਪ ਦਾ ਮਾਣ ਖਤਮ ਕਰਤਾ। ਗੱਡੀ ਵੀ ਲੈਣੀ ਹੋਵੇ ਤਾਂ ਮਾਂ-ਬਾਪ ਬੱਚਿਆਂ ਨੂੰ ਪਹਿਲਾਂ ਪੁੱਛਦੇ, ਘਰ ਬਣਾਉਣਾ ਹੋਵੇ ਤਾਂ, ਕਮਰੇ ਬਣਾਉਣੇ ਤਾਂ, ਪੁੱਛ ਕੇ
ਇੰਨੀ ਗੁਲਾਮੀ ਬਣਾ ਦਿੱਤੀ ਹੈ ਮਾਤਾ ਪਿਤਾ ਦੇ ਅੰਦਰ, ਬੱਚਿਆਂ ਦੀ ਗੁਲਾਮੀ। ਤੇ ਪੁਰਾਤਨ ਸਮਾਂ ਕਿਤੇ 70-80 ਸਾਲ 100 ਸਾਲ ਵੀ ਪਿੱਛੇ ਆਪਣੇ ਮਾਂ-ਬਾਪ ਬਜ਼ੁਰਗਾਂ ਤੋਂ ਅਸੀਂ ਜੋ ਸੁਣਦੇ ਰਹੇ ਹਾਂ ਕਿ ਵਿਆਹ ਵੀ ਕਰਨਾ ਤੇ ਕਦੀ ਬੱਚੇ ਨੂੰ ਪੁੱਛਦੇ ਹੀ ਨਹੀਂ ਸੀ, ਧੀ ਪੁੱਤ ਨੂੰ ਇੰਨਾ ਨਹੀਂ ਸੀਗਾ, ਪਰ ਉਹ ਘਰ ਵਸਦੇ ਵੀ ਸੀ ਕਿਉਂਕਿ ਮਾਂ-ਬਾਪ ਦਾ ਆਸ਼ੀਰਵਾਦ ਸੀ, ਮਾਂ-ਬਾਪ ਦੀ ਮਰਜ਼ੀ ਸੀ, ਮਾਂ-ਬਾਪ ਦੇ ਉੱਚੇ ਸੁੱਚੇ ਖਿਆਲ ਹੁੰਦੇ ਸੀ ਧੀ ਵਾਸਤੇ ਪੁੱਤ ਵਾਸਤੇ, ਤਾਂ ਹੀ ਘਰ ਵਸਦੇ ਸੀ। ਆ ਮਨ ਮਰਜ਼ੀਆਂ ਦੇ ਘਰ ਵੀ ਘੱਟ ਹੀ ਵਸਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਨ ਮਰਜ਼ੀ ਦੇ। ਸੋ ਸਾਧ ਸੰਗਤ, ਜਦੋਂ ਮਾਂ-ਬਾਪ ਨੂੰ ਵੱਡਾ ਆਸ਼ੀਰਵਾਦ ਘਰ ਵਿੱਚ ਮਾਤਾ ਪਿਤਾ ਦਾ ਹੈ, ਬੱਚੇ ਦੇ ਉੱਤੇ ਸਭ ਤੋਂ ਵੱਡਾ ਆਸ਼ੀਰਵਾਦ ਘਰ ਦੇ ਵਿੱਚ ਨੇੜੇ ਤੋਂ ਨੇੜੇ ਹੈ ਮਾਤਾ ਪਿਤਾ ਦਾ। ਤੇ ਮਾਤਾ ਪਿਤਾ ਨੂੰ ਸਰਕਲ ਚੋਂ ਬਾਹਰ ਕੱਢ ਤਾ, ਮੇਰੀ ਮਰਜ਼ੀ ਮੈਂ ਜੋ ਮਰਜ਼ੀ ਕਰਾਂ। ਤੇ ਆਪਣੀ ਮਰਜ਼ੀ ਵਾਲਾ 100 ਰਿਸ਼ਤਾ ਹੋਵੇ ਨਾ, 100, ਤੇ ਬਸ 2-4 ਹੀ ਸੁਖੀ ਵਸਦੇ ਨੇ, ਬਾਕੀ ਸਭ ਸਾਧ ਸੰਗਤ ਖੇਤ ਖਰਾਬੀ ਹੁੰਦੀ। ਅਸੀਂ ਸੋਚਿਆ ਹੀ ਨਹੀਂ ਕਿ ਮਾਂ-ਬਾਪ ਦਾ ਆਸ਼ੀਰਵਾਦ ਤਾਂ ਬਾਹਰ ਕੱਢ ਛੱਡਿਆ, ਮਾਂ-ਬਾਪ ਦੀ ਅਸੀਸ ਤਾਂ ਅਸੀਂ ਬਾਹਰ ਕੱਢਤੀ ਘਰ ਦੇ ਵਿੱਚੋਂ। ਮੇਰੀ ਮਰਜ਼ੀ ਹੈ, ਮੇਰੀ ਮਰਜ਼ੀ ਹੈ, ਮੇਰੀ। ਉਹ ਸਮਾਂ ਸੀ ਕਿ ਕਿਸੇ ਨੇ ਪੁੱਤਰ ਵਿਆਹਣਾ ਤਾਂ ਧੀ ਆਪੇ ਹੀ ਦੇਖ ਆਉਣੀ, ਆਪੇ ਹੀ ਜਾ ਕੇ ਉਹਨੂੰ ਸ਼ਗਨ ਰੁਪਈਆ ਦੇ ਆਉਣਾ। ਤੇ ਕਿਸੇ ਨੇ ਪੁੱਤ ਨੂੰ ਮੰਨਣਾ, ਭਾਵ ਬੱਚੇ ਨੂੰ ਆਪਣੀ ਧੀ ਵਾਸਤੇ, ਆਪਣੇ ਪੁੱਤ ਵਾਸਤੇ ਧੀ ਦੇਖਣੀ, ਮਨਮਰਜ਼ੀ ਨਾਲ ਆਪੇ ਹੀ ਕਰ ਆਉਂਦੇ ਸੀ। ਤਾਂ ਵਿਆਹ ਤੋਂ ਬਾਅਦ ਹੀ ਆ ਬੈਠੇ ਬਜ਼ੁਰਗ ਪੁਰਾਣੇ ਦੱਸਦੇ ਨੇ ਬਈ ਸਾਧ ਸੰਗਤ ਇਹ ਹੋਇਆ ਨਹੀਂ, ਮੁੰਡੇ ਕੁੜੀ ਨੂੰ ਤਾਂ ਵਿਆਹ ਵਾਲੇ ਦਿਨ ਹੀ ਪਤਾ ਲੱਗਦਾ ਸੀ ਵੀ ਕਿਹੜੀ ਕੁੜੀ ਹੈ ਤੇ ਕਿਹੜਾ ਮੁੰਡਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਮੈਂ ਤਾਂ ਇੱਕੋ ਹੀ ਗੱਲ ਸਾਂਝੀ ਕੀਤੀ ਆ, ਬਾਕੀ ਦੀਆਂ ਵੀ ਵਿੱਚ ਜੋੜ ਲਿਓ। ਹਰ ਜਗ੍ਹਾ ਤੇ ਮਰਜ਼ੀ ਅੱਜ ਬੱਚਿਆਂ ਦੀ ਹੋ ਗਈ, ਇਕੱਲੇ ਵਿਆਹ ਤੇ ਥੋੜੀ ਹੈ, ਹਰ ਜਗ੍ਹਾ ਤੇ, ਹਰ ਜਗ੍ਹਾ ਤੇ, ਹਰ ਜਗ੍ਹਾ ਤੇ। ਪਰ ਇਹਦੇ ਚ ਕੋਈ ਰੱਬੀ ਜਿਹੜੀ ਬਖਸ਼ਿਸ਼ ਹੈ ਉਹਦਾ ਵਾਧਾ ਨਹੀਂ ਹੋਇਆ। ਰੱਬੀ ਬਖਸ਼ਿਸ਼ ਦਾ ਜਿਹੜੀ ਮਾਂ ਦੁਆਰਾ ਬਖਸ਼ਿਸ਼ ਮਿਲਣੀ ਸੀ ਉਹ ਜਾਂਦੀ ਰਹੀ, ਜਿਹੜੀ ਪਿਤਾ ਦੁਆਰਾ ਅਸੀਸ ਮਿਲਣੀ ਸੀ ਉਹ ਜਾਂਦੀ। ਨੁਕਸਾਨ ਹੋਇਆ ਬਹੁਤ ਜ਼ਿਆਦਾ, ਸਮਾਜਿਕ ਪੱਖ ਦੇ ਵਿੱਚ ਬੜਾ ਨੁਕਸਾਨ ਹੋਇਆ। ਪੰਡਤ ਹਰਦਿਆਲ ਨੇ, ਉਹ ਅਜੇ 8-10 ਘੰਟੇ ਦੀ ਉਮਰ ਹੈ, ਸਿਰਫ ਗੁਰੂ ਸਾਹਿਬ ਜੀ ਦੀ, ਕਹਿਣ ਲੱਗੇ ਲਿਆਓ ਬੱਚੇ ਨੂੰ ਬਾਹਰ, ਵਿਹੜੇ 'ਚ ਕੱਪੜਾ ਵਿਛਾਇਆ, ਮੰਜੇ ਤੇ ਲਿਆਂਦਾ ਬੱਚਾ ਬਾਹਰ। ਗੁਰੂ ਨਾਨਕ ਸਾਹਿਬ ਦੀ ਗੱਲ ਹੈ ਕਿ ਅੱਜ ਜੋਤਿਸ਼ ਵਿਦਿਆ ਦੀ ਭੰਡੀ ਕਰਦੇ ਆ, ਚਲੋ ਇਹ ਵੀ ਨਹੀਂ ਹੋਣੀ ਚਾਹੀਦੀ, ਤੁਸੀਂ ਮੰਨੋ ਭਾਵੇਂ, ਉਹ ਆਪਣੀ ਮਰਜ਼ੀ ਹੈ, ਲੇਕਿਨ ਮਾੜਾ ਨਾ ਕਿਸੇ ਨੂੰ ਵੀ ਕਹੋ ਕਿ ਪਖੰਡ ਹੈ। ਜੇ ਚਲੋ ਪਖੰਡ ਦੀ ਜੇ ਮੈਂ ਗੱਲ ਕਰਾਂ ਤੇ ਆਪਣੇ ਗੁਰੂ ਘਰਾਂ 'ਚ ਵੀ ਕਈ ਪਖੰਡ ਹੀ ਚੱਲਦਾ ਸਾਡੇ ਕੋਲ। ਆਪਣੇ ਬਾਬਿਆਂ ਦੇ ਵਿੱਚ ਮੇਰੇ ਵਰਗੇ ਬਾਬੇ ਵੀ ਬਥੇਰੇ ਫਿਰਦੇ ਨੇ, ਇੱਥੇ ਵੀ ਕਈ ਥਾਈਂ ਪਖੰਡੀ ਚੱਲਦਾ, ਜਾਦੂ ਚੱਲਦਾ, ਟੂਣਾ ਚੱਲਦਾ, ਧਾਗਾ ਚੱਲਦਾ, ਤਵੀਰ ਚੱਲਦਾ, ਪਰ ਸਾਰੇ ਸੱਚੇ ਵੀ ਨਹੀਂ ਹੁੰਦੇ ਤੇ ਸਾਰੇ ਝੂਠੇ ਵੀ ਨਹੀਂ ਹੁੰਦੇ। ਸਾਰੇ ਸੱਚੇ ਵੀ ਨਹੀਂ ਹੁੰਦੇ ਤੇ ਸਾਰੇ ਝੂਠੇ ਵੀ ਨਹੀਂ ਹੁੰਦੇ। ਇਹ ਪਛਾਣ ਤਾਂ ਅਸੀਂ ਤੁਸੀਂ ਕਰਨੀ ਹੈ, ਇਹ ਤਾਂ ਸਾਨੂੰ ਤਾਕਤ ਦਿੱਤੀ ਰੱਬ ਨੇ, ਪਛਾਣੋ। ਪਰ ਪਛਾਣਾਂਗੇ ਸੱਚ ਨੂੰ ਤਾਂ ਜੇ ਆਪ ਸੱਚ ਦੇ ਵਪਾਰੀ ਹੋਵਾਂਗੇ। ਜੇ ਆਪ ਅਸੀਂ ਨਾਮ ਨਹੀਂ ਜਪਦੇ, ਸਤ ਸੰਗਤ ਨਹੀਂ ਕਰਦੇ, ਸਾਧੂਆਂ ਦੀ ਸੰਗਤ ਨਹੀਂ ਕਰਦੇ, ਸਾਨੂੰ ਕੀ ਪਤਾ ਲੱਗਣਾ ਸਾਧੂ ਕੀ ਹੈ ਤੇ ਕੀ ਨਹੀਂ ਹੈ। ਜਿਹੜੇ ਰਾਹ ਤੋਂ ਰੋਜ਼ ਲੰਘਦੇ ਉਸ ਰਾਹ ਦੇ ਤਾਂ ਤੁਸੀਂ ਟੋਏ ਵੀ ਗਿਣ ਲੈਂਦੇ ਹੋ। ਜਿਹੜੇ ਰਾਹ ਤੋਂ ਜਿਹੜੀ ਸੰਗਤ ਰੋਜ਼ ਕਰਨਗੇ, ਮਹਾਂਪੁਰਖਾਂ ਦੀ ਸੰਗਤ ਕਰਨਗੇ, ਉਹਨਾਂ ਨੂੰ ਲੱਗੂਗਾ ਪਤਾ ਕਿ ਮਹਾਂਪੁਰਖ ਕੀ ਹੁੰਦੇ। ਪਰ ਜਿਨ੍ਹਾਂ ਨੇ ਕਦੀ ਮਹਾਂਪੁਰਖਾਂ ਦੀ ਸੰਗਤ ਹੀ ਨਹੀਂ ਕੀਤੀ, ਉਹਨਾਂ ਨੂੰ ਕੀ ਪਤਾ। ਜਿਹੜੇ ਰਾਹ ਨੂੰ ਗਏ ਨਹੀਂ, ਸਾਨੂੰ ਕੀ ਪਤਾ ਰਾਹ ਕਿੱਦਾਂ ਦਾ ਹੋ। ਇਸ ਕਰਕੇ ਸੰਗਤ ਕੀਤਿਆਂ ਪਤਾ ਲੱਗਦਾ ਹੈ। ਧੰਨ ਬਾਬਾ ਨਾਨਕ ਨੂੰ ਪਲੰਘ ਤੇ ਕੱਪੜਾ ਵਿਛਾ ਕੇ ਜਦੋਂ ਪਾ ਦਿੱਤਾ, 7-8 ਘੰਟੇ ਦੀ ਉਮਰ ਹੈ ਜੇ, ਪੰਡਤ ਹਰਦਿਆਲ ਜੀ ਨੇ ਆਪਣਾ ਜੋਤਿਸ਼ ਪੂਰਾ ਲਾਇਆ। ਲਾਉਣ ਤੋਂ ਬਾਅਦ ਪਿਤਾ ਜੀ ਦਾ ਸੁਭਾਅ ਸੀ, ਕਿੰਨੇ ਕੁ ਪੈਸੇ ਕਮਾਏਗਾ, ਕਿੰਨੀ ਕੁ ਪੜ੍ਹਾਈ ਕਰੇਗਾ, ਕਿੰਨਾ ਕੁ ਵੱਡਾ ਅਫਸਰ ਬਣੇਗਾ, ਕਿੱਦਾਂ ਇਹਦੀ ਦੁਨੀਆ ਦੇ ਵਿੱਚ ਵਡਿਆਈ ਮਾਣ ਤਾਣ ਹੋਏਗੀ, ਸਾਰਾ ਕੁਝ ਕਿਹਾ। ਤੇ ਪੰਡਤ ਹਰਦਿਆਲ ਜੀ ਦਾ ਨਾ ਸਾਰੀਆਂ ਗੱਲਾਂ ਦਾ ਇੱਕੋ ਹੀ ਜਵਾਬ ਸੀ। ਕਹਿੰਦੇ ਪਟਵਾਰੀ ਸਾਹਿਬ, ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਪਟਵਾਰੀ, ਮਹਿਤਾ ਕਾਲੂ ਕਹਿੰਦੇ ਨਾ, ਮਹਿਤਾ ਫਾਰਸੀ ਚ ਪਟਵਾਰੀ ਨੂੰ ਕਿਹਾ, ਗੋਤ ਨਹੀਂ ਹੈ ਮਹਿਤਾ।
ਗੋਤ ਹੈ ਤਿੰਨ ਬੇਦੀਆਂ ਕੀ ਕੁਲ ਵਿਖੇ ਕੁਲ ਵਿਖੇ ਬੇਦੀ ਕੁਲ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਮਹਿਤਾ ਪਟਵਾਰੀ ਨੂੰ ਕਹਿੰਦੇ ਸੀ, ਮਹਿਤਾ ਜੀ ਪਟਵਾਰੀ ਸਾਹਿਬ ਤੁਸੀਂ ਇੱਕ ਇੱਕ ਗੱਲ ਕਰਕੇ ਮੈਨੂੰ ਬੜਾ ਹੀ ਪੁੱਛਿਆ, ਕਿੰਨੀ ਪੜ੍ਹਾਈ, ਕਿੰਨੀ ਵਿਦਿਆ, ਕਿੰਨਾ ਪੈਸਾ, ਕੀ ਕਰੂਗਾ ਵੱਡਾ ਹੋ ਕੇ, ਕਿੰਨਾ ਕਹੇ ਆ ਦੁਨੀਆ 'ਚ ਮਾਣ। ਪਰ ਮੈਂ ਇੱਕੋ ਹੀ ਗੱਲ ਨਾਲ ਤੁਹਾਡਾ ਜਵਾਬ ਦਿੰਦਾ ਕਿ ਮੇਰੀ ਕਰਮ ਤੋਂ ਸਾਰਾ ਕੁਝ ਬਾਹਰ, ਮੇਰੇ ਜੋਤਿਸ਼ੋਂ ਤੋਂ ਇਹਦਾ ਸਾਰਾ ਕੁਝ ਵਾਹ ਹੈ। ਨਾ ਮੈਂ ਇਹਦੀ ਵਡਿਆਈ ਗਿਣ ਮਿਣ ਸਕਦਾ, ਨਾ ਮੈਂ ਇਹਦੀ ਪੜ੍ਹਾਈ ਗਿਣ ਮਿਣ ਸਕਦਾ, ਨਾ ਮੈਂ ਇਹਦੀ ਅਫਸਰੀ ਗਿਣ ਮਿਣ ਸਕਦਾ। ਕੁਛ ਵੀ ਨਹੀਂ ਮੇਰੀ ਕਰਮ ਦੇ ਵਿੱਚ। ਮੇਰੇ ਘੇਰੇ ਤੋਂ, ਮੇਰੇ ਜੋਤਿਸ਼ ਤੋਂ ਸਭ ਕੁਝ ਬਾਹਰ ਹੈ। ਤੁਸੀਂ ਕਹਿੰਦੇ ਵਡਿਆਈ, ਵਡਿਆਈ ਨੇ ਤਾਂ ਸੰਸਾਰ ਭਰ ਦੀ ਵਡਿਆਈ ਇਹਦੇ ਪੈਰਾਂ 'ਚ ਹੋਈ, ਦੁਨੀਆ ਭਰ ਦੀ ਮਾਇਆ ਦੇ ਚਰਨਾਂ ਦੀ ਧੂੜ ਹੋਵੇ। ਇਹ ਆਮ ਬੱਚਾ ਨਹੀਂ। ਹੁਣ ਪਹਿਲਾਂ ਕਹਿਣ ਵਾਲਾ ਹੈ ਪੰਡਤ ਹਰਦਿਆਲ, ਇੱਥੇ ਹੀ ਬਸ ਨਹੀਂ, ਪਹਿਲਾਂ ਮੰਗਤਾ ਵੀ ਪੰਡਤ ਹਰਦਿਆਲ ਹੈ। ਗੁਰੂ ਨਾਨਕ ਦੇ ਘਰ ਦਾ ਪਹਿਲਾ ਮੰਗਤਾ ਵੀ ਹਰਦਿਆਲ ਪੰਡਤ ਹਰਦਿਆਲ ਹੈ। ਉਹਨੇ ਗੁਰੂ ਸਾਹਿਬ ਨੂੰ ਮੰਜੇ ਤੇ ਪਲੰਘ ਤੇ ਟਿਕਾ ਕੇ ਚਰਨਾਂ ਵੱਲ ਖਲੋ ਕੇ ਬੇਨਤੀ ਕੀਤੀ। ਦੇਖੋ ਜਿਹੜੇ ਪੱਖ ਦੀ ਆ ਜਿਆਦਾ ਭੰਡੀ ਹੁੰਦੀ ਹੈ ਤੋ ਸਾਧ ਸੰਗਤ ਬੇਨਤੀ ਕੀਤੀ ਹੈ, ਤੇ ਬਾਅਦ ਵਿੱਚ ਪਤਾ ਲੱਗਦਾ ਬੇਨਤੀ ਕੀ ਕੀਤੀ। ਉਹਨੇ ਕੋਠੀਆਂ ਨਹੀਂ ਮੰਗੀਆਂ, ਉਹਨੇ ਧਨ ਨਹੀਂ ਮੰਗਿਆ, ਉਹਨੇ ਮਾਇਆ ਨਹੀਂ ਮੰਗੀ, ਉਹਨੇ ਕੁਛ ਵੀ ਨਹੀਂ ਮੰਗਿਆ। ਉਹਨੇ ਕਿਹਾ ਹੇ ਪਾਤਸ਼ਾਹ ਤੁਸੀਂ ਮਾਤ ਲੋਕ ਵਿੱਚ ਦੁਨੀਆ ਨੂੰ ਤਾਰਨ ਆਏ ਹੋ, ਦੁਨੀਆ ਨੂੰ ਤਾਰਦੇ ਹੋਏ ਦੇਖਣ ਵਾਸਤੇ ਨਾ ਮੈਨੂੰ ਇੰਨੀ ਕੁ ਉਮਰ ਦੇ ਦਿਓ। ਕਿਆ ਮੰਗਿਆ ਦੇਖੋ ਭਈ, ਮੈਂ ਬੁੱਢਾ ਹੋਇਆ ਇਹ ਨਾ ਹੋ ਜਾਏ ਕਿ ਤੁਸੀਂ ਦੁਨੀਆ ਨੂੰ ਤਾਰਨਾ ਤੇ ਉਸ ਤੋਂ ਪਹਿਲਾਂ ਹੀ ਮੈਂ ਦੁਨੀਆ ਤੋਂ ਚਲੇ ਜਾਵਾਂ। ਮੈਂ ਦੇਖ ਲਵਾਂ ਅੱਖਾਂ ਨਾਲ ਇੱਕ ਵਾਰੀ ਵੀ ਤੁਸੀਂ ਦੁਨੀਆ ਨੂੰ ਕਿਵੇਂ ਤਾਰਦੇ। ਆਹ ਮੰਗ ਮੰਗੀ ਪੰਡਤ ਹਰਦਿਆਲ ਨੇ। ਹੁਣ ਬਾਬਾ ਨਾਨਕ ਨੂੰ ਦਾਈ ਨੇ ਕਹਿ ਦਿੱਤਾ, ਦੌਲਤਾਂ ਦਾਈ ਨੇ, ਕਿ ਇਹ ਰੱਬ ਪ੍ਰਗਟ ਹੋਇਆ ਹੈ। ਪੰਡਤ ਹਰਦਿਆਲ ਨੇ ਕਹਿ ਦਿੱਤਾ ਜੀ ਇਹ ਰੱਬ ਪ੍ਰਗਟ ਹੋਇਆ। ਉਸ ਰੱਬ ਨੇ ਜਾਂ ਫਿਰ ਦੇਖੋ ਭਾਈ ਲਹਿਣੇ ਨੂੰ ਰੱਬ ਬਣਾਇਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਗੁਰਤਾ ਗੱਦੀ ਦੇ ਕੇ ਜੋਤ ਉਹਨਾਂ ਅੰਦਰ ਇੱਕ ਵੱਖਰਾ ਮਾਰਗ ਸੀ ਦੁਨੀਆ ਸੰਸਾਰ ਧਾਰਮਿਕ ਖੇਤਰ ਵਿੱਚ, ਕਿ ਏਦਾਂ ਵੀ ਗੁਰੂ ਤੋਂ ਗੁਰੂ ਬਣਾਏ ਜਾਂਦੇ ਨੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਨਹੀਂ ਅੱਜ ਤੱਕ ਬਣੇ ਏਦਾਂ ਵੀ ਹੋ ਸਕਦਾ ਹੈ। ਇੱਕ ਗੁਰੂ ਦੂਜੇ ਨੂੰ ਗੁਰੂ ਬਣਾ ਸਕਦਾ ਹੈ। ਇਹ ਬਾਬਾ ਨਾਨਕ ਨੇ ਕਰਕੇ ਉਹ ਜੋਤ ਲੈਣਿਆ, ਮੈਂ ਤੇਰੇ ਵਿੱਚ ਜੋਤ ਰੱਖੀ ਹੈ। ਮੈਂ ਤਾਂ ਉਸ ਜੋਤ ਨੂੰ ਮੱਥਾ ਟੇਕਿਆ। 3 ਵਾਰੀ ਕਹਿੰਦੇ ਆ ਪਰਿਕਰਮਾ ਕੀਤੀਆਂ, ਕਿਤੇ 5 ਵਾਰੀ ਵੀ ਲਿਖਾਰੀਆਂ ਦੀ ਆਪਣੀ ਆਪਣੀ ਲਿਖਦਾ, ਪਰ ਕੀਤੀਆਂ ਤਾਂ ਹੈ ਕਿ ਨਹੀਂ। ਇੱਥੋਂ ਪਰਿਕਰਮਾ ਦੀ ਵੀ ਗੱਲ ਚੱਲੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਪਰਿਕਰਮਾ ਜਦੋਂ ਕਰੀਦੀਆਂ ਨੇ, ਜੇ ਸ਼ਰਧਾ ਹੋਵੇ, ਭਾਵਨਾ ਹੋਵੇ, ਇੱਕ ਇੱਕ ਕਦਮ ਤੇ ਕਰੋੜਾਂ ਕਰੋੜਾਂ ਪਾਪ ਸਾਡੇ ਖਤਮ ਹੋ ਜਾਂਦੇ। ਇਹ ਪਰਿਕਰਮਾ ਦੀ ਵੀ ਗੱਲ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਨੇ ਪਰਿਕਰਮਾ ਕਰ ਮੱਥਾ ਟੇਕਿਆ। ਬਾਬਾ ਬੁੱਢਾ ਸਾਹਿਬ ਨੂੰ ਕਿਹਾ ਤਿਲਕ ਲਗਾਓ। ਤੇ ਇੱਥੇ ਬਾਬਾ ਬੁੱਢਾ ਸਾਹਿਬ ਨੇ ਕਹਿੰਦੇ ਨੇ ਸੱਚੇ ਪਾਤਸ਼ਾਹ, ਜਿੱਥੇ ਤੁਸੀਂ ਇੰਨਾ ਮਾਣ ਦੇ ਰਹੇ ਹੋ, ਆਪ ਪਰਿਕਰਮਾ ਕਰ ਰਹੇ ਹੋ, 5 ਪੈਸੇ ਨਾਰੀਅਲ ਮੂਹਰੇ ਰੱਖ ਰਹੇ ਹੋ, ਤੇ ਦਾਦਾ ਦੀ ਤਿਲਕ ਲਾਉਣ ਜੋਗਾ ਮੈਂ ਕਿੱਥੋਂ ਹੋ ਗਿਆ? ਇਹ ਵੀ ਤੁਸੀਂ ਕਿਰਪਾ ਕਰਨੀ ਹੈ। ਬਾਬਾ ਜੀ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਨੂੰ, ਕਹਿੰਦੇ ਗੁਰੂ ਤਾਂ ਅੱਗੇ ਚੱਲਣਗੇ 10ਵੀਂ ਖੋਹ ਤੱਕ, ਪਰ ਉਹੀ ਗੁਰੂ ਬਣੇਗਾ ਜਿਹਨੂੰ ਤੁਸੀਂ ਤਿਲਕ ਲਾਓਗੇ। ਗੁਰੂਆਂ ਨੇ ਤਾਂ ਤਿਲਕ ਵੀ ਲਾਇਆ, ਵਰਤਿਆ, ਤੇ ਗੁਰੂਆਂ ਨੇ ਤਾਂ ਨਾਰੀਅਲ ਵੀ ਵਰਤਿਆ, ਤੇ ਅੱਜ ਕਹਿੰਦੇ ਸਭ ਕੁਝ ਪਖੰਡ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜਿਹੜੀ ਰੋਟੀ ਮਾਫ ਕਰਿਓ ਬਾਹਮਣਾਂ ਦੇ ਘਰ ਪੱਕਦੀ, ਸਾਡੇ ਘਰ ਵੀ ਉਹੀ ਪੱਕਦੀ। ਜਿਹੜੀ ਦਾਲ ਉਹਨਾਂ ਦੇ ਬਣਦੀ ਉਹ ਸਾਡੇ ਵੀ ਬਣਦੀ। ਉਹ ਵੀ ਕੱਪੜਾ ਪਹਿਨਦੇ, ਅਸੀਂ ਵੀ ਕੱਪੜਾ ਪਹਿਨਦੇ ਹਾਂ। ਕੁਝ ਚੀਜ਼ਾਂ ਸਾਡੀਆਂ ਧਰਮਾਂ ਦੇ ਅਨੁਸਾਰ ਚੱਲੀਆਂ ਨੇ, ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ, ਸਾਨੂੰ ਬਾਬਾ ਨਾਨਕ ਨੇ ਬਾਣੀ ਦਾ ਖਜ਼ਾਨਾ ਦੇ ਕੇ 10ਵੇਂ ਪਾਤਸ਼ਾਹ ਦੇ ਹੁਕਮ ਦੇ ਅੰਦਰ
ਹੁਕਮ ਜਿਵੇਂ ਹੋਰ ਸੌਖਾ ਕਰ ਦੇਵਾਂ ਗੱਲ ਸਮਝ ਆ ਜਾਏ। ਪੁੱਤ ਤਾਂ ਪਿੰਡ ਵਿੱਚ ਸਾਰਿਆਂ ਕੋਲ ਹੀ ਹੈ, ਪਰ ਸਾਡੇ ਪੁੱਤ ਵਾਸਤੇ ਸਾਡਾ ਕਾਨੂੰਨ ਹੈ। ਸਮਝ ਗਏ? ਗੁਰੂ ਤਾਂ ਬਥੇਰੇ ਹੈ, ਪਰ ਸਾਡੇ ਗੁਰੂ ਦਾ ਕਾਨੂੰਨ ਸਾਡੇ ਵਾਸਤੇ ਹੈ। ਉਹ ਇਹੀ ਹੈ ਕਿ ਗੁਰੂ ਮਾਨਿਓ ਗ੍ਰੰਥ। ਵੀ ਤੂੰ ਜਾਦੂ ਟੂਣਾ ਧਾਗਾ ਤਵੀਰ ਤਿਲਕ ਜਨੇਊ ਜੇ ਉਹ ਤੂੰ ਨਹੀਂ, ਪਰ ਤੂੰ ਇਹ ਕੰਮ ਕਰਨਾ ਹੈ ਗੁਰੂ ਮਾਨਿਓ ਗ੍ਰੰਥ। ਪਰ ਤੈਨੂੰ ਇਹ ਵੀ ਹਦਾਇਤ ਹੈ ਸਿੱਖਾ, ਕਿਸੇ ਦੇ ਤਿਲਕ ਦੀ ਭੰਡੀ ਨਾ ਕਰੀ, ਕਿਸੇ ਦੇ ਜਨੇਊ ਨੂੰ ਗਾਲਾਂ ਨਾ ਕੱਢੀ, ਕਿਸੇ ਮੰਦਰ ਨੂੰ ਮਾੜਾ ਨਾ ਬੋਲੀ, ਕਿਸੇ ਦੇ ਧਰਮ ਦੀ ਭੰਡੀ ਨਾ ਕਰੀ। ਅੱਲਾ ਦਾ ਨੂਰ ਹੈ ਕੁਦਰਤ ਦੇ ਬੰਦੇ ਝਗੜੇ ਪਏ। ਹਿੰਦੂ ਧਰਮ ਕਹਿੰਦਾ ਕਿ ਅਸੀਂ ਕੀ ਜਾਣਦੇ 2% ਸਿੱਖਾਂ, ਸਿੱਖ ਕਹਿੰਦੇ ਵੀ ਅਸੀਂ ਕੀ ਜਾਣਦੇ, ਮੁਸਲਮਾਨ ਕਹਿੰਦੇ ਅਸੀਂ ਕਿਸੇ ਨੂੰ ਵੀ ਨਹੀਂ ਜਾਣਦੇ। ਕੀ ਹਾਲ ਹੋਇਆ ਪਿਆ ਜਿਹੜੀਆਂ ਲੜਾਈਆਂ ਅੱਜ ਦੇ ਝਗੜੇ ਬਾਣੀ ਤੇ ਮੋਹਰ ਲਾਤੀ ਹੈ। ਕੋਈ ਬੋਲੇ ਰਾਮ ਰਾਮ, ਕੋਈ ਬੁਲਾਏ, ਕੋਈ ਸੇਵੇ ਗੁਸਈਆਂ ਅੱਲਾਹ ਵਾਹਿਗੁਰੂ ਖੁਦਾ ਪਰਮਾਤਮਾ ਬੈਠੀ ਦੁਨੀਆ ਅੱਲਾਹ ਵਾਹਿਗੁਰੂ ਖੁਦਾ ਪਰਮਾਤਮਾ ਬੈਠੀ ਦੁਨੀਆ